ਜਗਮੋਹਨ ਸਿੰਘ ਪੱਟੀ ਐਡਵੋਕੇਟ YouTube ਚੈਨਲ। ਅੱਜ ਤੁਹਾਡੇ ਨਾਲ ਇਸ ਬਨਸਪਤੀ ਦੇ ਵਿੱਚ ਖਲੋ ਕੇ, ਰੁੱਖਾਂ ਦੀ ਛਾਂ ਵਿੱਚ ਖਲੋ ਕੇ ਮਾਵਾਂ ਠੰਡੀਆਂ ਛਾਵਾਂ ਕੌਣ ਕਰੇ। ਜੇ ਇਹ ਦੇਖਿਆ ਜਾਏ ਤੇ ਇਹਨਾਂ ਛਾਵਾਂ ਦੇ ਵਿੱਚੋਂ ਕੀ ਕੋਈ ਨਿਕਲਦਾ ਹੈ। ਤੇ ਪੰਜਾਬੀ ਸੱਭਿਆਚਾਰ ਦੇ ਗਾਣੇ ਜਿਹੜੇ ਸੀਗੇ ਉਹ ਇਹ ਕਹਿੰਦੇ ਸੀ, ਮਾਵਾਂ ਤੇ ਧੀਆਂ ਰਲ ਬੈਠੀਆਂ ਨਹੀਂ ਮਾਏ। ਔਰ ਇਹ ਗੱਲਾਂ ਜਿਹੜੀਆਂ ਸੀਗੀਆਂ ਬੜੀਆਂ ਵਧੀਆ ਸੀ, ਸਾਰਾ ਕੁਝ ਚੰਗਾ ਸੀ, ਸਾਰਾ ਹਿਸਾਬ ਠੀਕ ਠਾਕ ਸੀ। ਤੇ ਸਾਡੇ ਨਾਲ ਪੰਜਾਬ ਦੀਆਂ ਦੋ ਸ਼ੇਰ ਬੱਚੀਆਂ ਆਈਆਂ। ਬੱਲੇ ਨਹੀਂ ਪੰਜਾਬ ਦੀ ਇਹ ਸ਼ੇਰ ਬੱਚੀ ਹੈ ਤੇ ਕਹਿ ਜੇ ਕੁਝ ਆਪਣੀਆਂ ਸੁਨੇਹੇ ਨਾਲ, ਆਪਣੀਆਂ ਕੁਝ ਗੱਲਾਂ ਨਾਲ ਧੀਆਂ ਦੇ ਲਈ, ਜਿਹੜੀਆਂ ਪੰਜਾਬ ਦੀਆਂ ਹੋਰ ਸ਼ੇਰ ਬੱਚੀਆਂ ਉਹਨਾਂ ਲਈ ਵੀ ਕੋਈ ਸੁਨੇਹਾ ਲਾ ਦੇ ਬੇਟਾ। ਬੇਟੀ, ਅੱਜ ਅਸੀਂ ਬੇਟੀ ਬਾਰੇ ਗੱਲ ਕਰਾਂਗੇ। ਬੇਟੀ ਹੈ ਜੋ ਅੱਗੇ ਜਾ ਕੇ ਮਾਂ ਬਣਦੀ ਹੈ, ਉਹਨੇ ਹੀ ਅੱਗੇ ਜਾ ਕੇ ਨਾਨੀ ਬਣਨਾ ਹੈ। ਬੇਟੀ ਤੋਂ ਹੀ ਇਹ ਸੰਸਾਰ ਚੱਲਦਾ ਹੈ। ਇੱਕ ਬੇਟੀ ਨੇ ਮਾਂ ਬਣ ਕੇ ਇੱਕ ਨਵੀਂ ਜ਼ਿੰਦਗੀ ਨੂੰ ਜਨਮ ਦੇਣਾ, ਚਾਹੇ ਉਹ ਇੱਕ ਬੇਟਾ ਹੋ ਚਾਹੇ ਬੇਟੀ ਹੋ। ਤਾਂ ਬੇਟੀ ਦਾ ਮਹੱਤਵ ਸਾਡੇ ਇਸ ਸਮਾਜ ਵਿੱਚ ਬਹੁਤ ਹੀ ਜ਼ਿਆਦਾ ਹੀ ਇੰਪੋਰਟੈਂਟ, ਉਹਦਾ ਇੱਕ ਰੋਲ ਹੈ ਸਾਡੇ ਸਮਾਜ 'ਚ। ਬੇਟੀ ਕਿ ਜਦੋਂ ਘਰ ਆਉਂਦੀ ਹੈ ਤਾਂ ਸਾਡੇ ਘਰ 'ਚ ਰੌਣਕਾਂ ਲਗਾ ਦਿੰਦੀ ਹੈ। ਬੇਟੀ ਹੀ ਦਾ ਆਪਣਾ ਇੱਕ ਰਿਲੇਸ਼ਨ ਮਦਰ, ਫਾਦਰ, ਦਾਦਾ, ਦਾਦੀ ਸਭ ਨਾਲ ਇੱਕ ਅਲੱਗ ਬੌਂਡ ਹੁੰਦਾ ਹੈ। ਬੇਟੀ ਚਾਹੇ ਵਿਆਹ ਕੇ ਵੀ ਚਲੀ ਜਾਏ ਪਰ ਉਹਦਾ ਆਪਣੇ ਪੈਰੈਂਟਸ ਲਈ ਅਹਿਸਾਸ ਉਹੀ ਰਹਿੰਦਾ ਹੈ। ਬੇਟੀ ਨੂੰ ਫਿਕਰ ਰਹਿੰਦੀ ਹੈ ਕਿ ਮੇਰੇ ਪੈਰੈਂਟਸ ਕਿਵੇਂ ਨੇ। ਤਾਂ ਬੇਟੀ ਇੱਕ ਇਹੋ ਜਿਹਾ ਅਹਿਸਾਸ ਹੈ, ਇੱਕ ਇਹੋ ਜਿਹਾ ਸ਼ਬਦ ਹੈ ਜਿਹਨੂੰ ਅਸੀਂ ਨਿਗਲੈਕਟ ਨਹੀਂ ਕਰ ਸਕਦੇ। ਬੇਟੀ ਦੀ ਹੁਣ ਅਸੀਂ ਗੱਲ ਕਰਦੇ ਹਾਂ ਬਚਪਨ ਤੋਂ ਲੈ ਕੇ। ਜਦੋਂ ਬੇਟੀ ਪੈਦਾ ਹੁੰਦੀ ਹੈ, ਮਾਂ ਬਾਪ ਨੂੰ ਉਦੋਂ ਤੋਂ ਹੀ ਫਿਕਰ ਲੱਗ ਜਾਂਦੀ ਕਿ ਸਾਡੀ ਬੇਟੀ ਪੈਦਾ ਹੋਈ ਹੈ। ਤਬ ਮਾਂ ਬਾਪ ਕਿਆ ਕਰਦੇ ਹੈ, ਆਪਣੀ ਬੇਟੀ ਨੂੰ ਲਾਡਾਂ ਪਿਆਰ ਨਾਲ ਪਾਲ ਕੇ ਉਹਨੂੰ ਬਚਪਨ 'ਚ ਹੀ ਉਹਨੂੰ ਪਿਆਰ ਦਿੰਦੇ ਹੈ ਕਿ ਵੀ ਸਾਡੇ ਘਰ ਬੇਟੀ ਆਈ ਹੈ। ਫਿਰ ਉਹਦੀ ਹਰ ਇੱਕ ਵਿਸ਼ ਨੂੰ ਚਾਹੁੰਦੇ ਕਿ ਅਸੀਂ ਆਪਣੀ ਬੇਟੀ ਦੀ ਹਰ ਵਿਸ਼ ਨੂੰ ਪੂਰਾ ਕਰੀਏ। ਬਚਪਨ 'ਚ ਹੀ ਉਹਨੂੰ, ਬਲਕਿ ਸਾਡੇ ਸਮਾਜ 'ਚ ਬੇਟੀ ਨੂੰ ਬੇਟੀ ਨਹੀਂ ਕਹਿੰਦੇ, ਉਹਨੂੰ ਬੇਟੇ ਦੇ ਨਾਂ 'ਤੇ ਬੁਲਾਇਆ ਜਾਂਦਾ ਹੈ। ਅਸੀਂ ਆਪਣੀ ਬੇਟੀ ਨੂੰ ਪੁੱਤਰ ਕਹਿੰਦੇ ਹਾਂ ਕਿ ਪੁੱਤਰ, ਇਹ ਸਾਡਾ ਪੁੱਤਰ ਹੈ। ਅਤੇ ਫਿਰ ਬੱਚੇ ਨੂੰ ਅਸੀਂ ਕੀ ਕਰਦੇ ਹਾਂ, ਫਿਰ ਅਸੀਂ ਬੇਟੀ ਵੱਡੀ ਹੁੰਦੀ ਹੈ, ਫਿਰ ਉਹਦੇ ਮੁਆਇਨੇ ਚੇਂਜ ਹੁੰਦੇ ਰਹਿੰਦੇ ਹੈ। ਫਿਰ ਬੇਟੀ ਸਮਝਦਾਰ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਆਪਣੀ ਮਾਂ ਦੇ ਨਾਲ ਕੰਮ 'ਚ ਹੱਥ ਵਟਾਉਂਦੀ ਹੈ, ਆਪਣੇ ਪਿਤਾ ਨਾਲ ਵੀ ਕੰਮ 'ਚ ਹੱਥ ਵਟਾਉਂਦੀ ਕਿ ਮੇਰੇ ਫਾਦਰ ਨੂੰ ਕੋਈ ਲੋੜ ਤਾਂ ਨਹੀਂ ਹੈ। ਹਰ ਇੱਕ ਬੰਦੇ ਦੇ ਨਾਲ ਉਹਦਾ ਆਪਣਾ ਅਲੱਗ-ਅਲੱਗ ਰੋਲ ਹੈ। ਬੇਟੀ ਨੂੰ ਅਸੀਂ ਸਾਡੇ ਪੇਰੈਂਟਸ, ਮੈਂ ਵੀ ਇੱਕ ਬੇਟੀ ਹਾਂ, ਤਾਂ ਸਾਡੇ ਪੇਰੈਂਟਸ ਨੇ ਹਮੇਸ਼ਾ ਸਾਨੂੰ ਦੁਨੀਆ ਦੀ ਸਭ ਤੋਂ ਬੈਸਟ ਚੀਜ਼ ਦਿੱਤੀ ਹੈ। ਚਾਹੇ ਉਹ ਸਾਡੇ ਕਲੋਥਸ ਹੋਣ, ਖਾਣ ਪੀਣ ਦੀ ਚੀਜ਼ ਹੋਵੇ, ਚਾਹੇ ਉਹ ਐਜੂਕੇਸ਼ਨ ਹੋ। ਮਾਈ ਪੈਰੈਂਟਸ ਆਲਵੇਜ਼ ਸੇਜ਼ ਕਿ ਜੋ ਵੀ ਸਟੱਡੀ ਕਰਨੀ ਹੈ, ਸਭ ਤੋਂ ਬੈਸਟ ਪੜ੍ਹਾਈ ਕਰਨੀ ਹੈ ਤੂੰ। ਮਤਲਬ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੂੰ ਉਹ ਕਰਨਾ ਹੈ। ਹਮੇਸ਼ਾ ਉਹਨਾਂ ਨੇ ਮੈਨੂੰ ਪੁੱਛਿਆ ਕਿ ਬੇਟਾ ਤੂੰ ਕਿਹੜੀ ਫੀਲਡ ਚੂਜ਼ ਕਰਨਾ ਚਾਹੁੰਦੀ ਹੈ। ਤਾਂ ਜੋ ਵੀ ਮੈਂ ਕਿਹਾ, ਉਹਨਾਂ ਨੇ ਮੈਨੂੰ ਉਹੀ ਬੈਸਟ ਐਜੂਕੇਸ਼ਨ ਦਿੱਤੀ ਹੈ, ਵਿਦਾਊਟ ਸੇਇੰਗ ਕਿ ਨਹੀਂ ਇਸ 'ਚ ਇੰਨਾ ਖਰਚਾ ਆਏਗਾ। ਨੋ, ਉਹਨਾਂ ਨੇ ਹਮੇਸ਼ਾ ਚਾਹਿਆ ਕਿ ਮੈਂ ਆਪਣੀ ਬੇਟੀ ਨੂੰ ਹਮੇਸ਼ਾ ਬੈਸਟ ਚੀਜ਼ ਦੇਵਾਂ। ਮੈਨੂੰ ਉਹਨਾਂ ਨੇ ਗ੍ਰੈਜੂਏਸ਼ਨ ਕਰਾਈ, ਪੋਸਟ ਗ੍ਰੈਜੂਏਟ ਕਰਵਾਇਆ। ਕਿਉਂਕਿ ਹਰ ਮਾਂ ਬਾਪ ਦੀ ਇੱਛਾ ਹੁੰਦੀ ਕਿ ਸਾਡੀ ਬੇਟੀ ਹੈ ਜੋ ਉਹਦੀ ਹਰ ਇੱਕ ਇੱਛਾ ਪੂਰੀ ਹੋਏ। ਔਰ ਨਾਲ ਦੀ ਨਾਲ ਉਹਨਾਂ ਨੇ ਮੈਨੂੰ ਇਹ ਵੀ ਸਿਖਾਇਆ, ਹਰ ਪੈਰੈਂਟਸ ਆਪਣੀ ਬੇਟੀ ਨੂੰ ਇਹ ਵੀ ਸਿਖਾਉਂਦੇ ਕਿ ਬੇਟਾ ਇਸ ਸਮਾਜ ਵਿੱਚ ਇਹ ਚੀਜ਼ ਕੀ ਚੀਜ਼ ਹੈ, ਜਾਂ ਇਹ ਗਲਤ ਚੀਜ਼ ਹੈ, ਜਾਂ ਕੀ ਸਹੀ ਚੀਜ਼ ਹੈ। ਜੋ ਕਿ ਪੈਰੈਂਟਸ ਹੁੰਦੇ ਆ ਉਹ ਹਮੇਸ਼ਾ ਆਪਣੀ ਬੇਟੀ ਨੂੰ ਹਰ ਚੀਜ਼ ਅੱਛੀ ਦੇਣਗੇ ਅਤੇ ਉਹਨੂੰ ਹਮੇਸ਼ਾ ਅੱਛਾ ਹੀ ਸਿਖਾਉਣਗੇ। ਇੱਕ ਬੇਟੀ ਦਾ ਇੱਕ ਕਹਿੰਦੇ ਆ ਕਿ ਇੱਕ ਬੇਟੀ ਦਾ ਸਫ਼ਰ ਹੈ ਜੋ ਬਚਪਨ ਤੋਂ ਲੈ ਕੇ ਜਦ ਤੱਕ ਉਹਦਾ ਵਿਆਹ ਨਹੀਂ ਹੁੰਦਾ। ਉਹ ਸਫ਼ਰ ਤਾਂ ਹਰ ਬੇਟੀ ਦਾ ਹਮੇਸ਼ਾ ਅੱਛਾ ਹੀ ਹੋਏਗਾ, ਚਾਹੇ ਬਾਪ ਜਿੰਨਾ ਵੀ ਕਮਾਵੇ, ਪਰ ਉਹ ਸਭ ਤੋਂ ਬੈਸਟ ਚੀਜ਼ ਆਪਣੀ ਬੇਟੀ ਨੂੰ ਦੇਣਾ ਚਾਹੇਗਾ। ਇੱਕ ਸੈਕਿੰਡ ਫੇਸ ਹਰ ਬੇਟੀ ਦਾ ਆਉਂਦਾ ਜੋ ਕਿ ਉਹਦਾ ਵਿਆਹ ਦਾ ਫੇਸ ਹੁੰਦਾ। ਉਹਦੀ ਹੀ ਇੱਕ ਮਾਂ ਬਾਪ ਨੂੰ ਬਚਪਨ ਤੋਂ ਲੈ ਕੇ ਉੱਤੇ ਏਜ ਜਦੋਂ ਵਿਆਹ ਦੀ ਆਉਂਦੀ ਹੈ, ਇਹੀ ਫਿਕਰ ਲੱਗਦੀ ਕਿ ਅਸੀਂ ਆਪਣੀ ਬੇਟੀ ਨੂੰ ਇੰਨੇ ਲਾਡਾਂ ਨਾਲ ਪਾਲ ਰਹੇ ਨੇ, ਉਹਦੀ ਹਰ ਇੱਛਾ ਪੂਰੀ ਕਰ ਰਹੇ ਨੇ, ਉਹਨੂੰ ਸਹੀ ਗਲਤ ਦਾ ਦੱਸ ਰਹੇ ਨੇ। ਪਰ ਉਹਨਾਂ ਨੂੰ ਇਹ ਕहीं ਨਾ ਕहीं ਸਾਨੂੰ ਸਭ ਨੂੰ ਰਹਿੰਦੀ ਕਿ ਯਾਰ ਵਿਆਹ ਤੋਂ ਬਾਅਦ ਸਾਡੀ ਬੇਟੀ ਨਾਲ ਕੁਝ ਗਲਤ ਨਾ ਹੋ। ਕਿਉਂਕਿ ਲੋਕੀ ਕਹਿੰਦੇ ਅਸੀਂ ਬੇਟੀਆਂ ਤੋਂ ਨਹੀਂ ਡਰਦੇ, ਉਹਨਾਂ ਦੀ ਕਿਸਮਤ ਤੋਂ ਡਰਦੇ ਹਾਂ। ਉਹ ਜਿਹੜਾ ਸਟੇਜ ਹੈ ਹੱਥ ਪੀਲੇ ਕਰਨ ਦੀ, ਜਦੋਂ ਬੇਟੀ ਦਾ ਵਿਆਹ ਹੋ ਜਾਂਦਾ ਹੈ
ਉਸ ਵਿਆਹ ਤੋਂ ਬਾਅਦ ਉਹਦੀ ਲਾਈਫ ਬਿਲਕੁਲ ਹੀ ਚੇਂਜ ਹੋ ਜਾਂਦੀ ਹੈ। ਉਹ ਵਿਆਹ ਤੋਂ ਬਾਅਦ ਸਾਨੂੰ ਵੀ ਨਹੀਂ ਪਤਾ ਕਿ ਸਾਡੀ ਬੇਟੀ ਨਾਲ ਕੀ ਹੋਣਾ ਹੈ। ਔਰ ਕਈ ਵਾਰ ਕਿਆ ਹੁੰਦਾ, ਸਾਡੀ ਬੇਟੀ ਵਿਆਹ ਤੋਂ ਬਾਅਦ ਕਈ ਸਮਾਜ ਦੇ ਸਾਡੇ ਦਰਿੰਦੇ ਨੇ, ਉਹਨਾਂ ਦੇ ਹੱਥ ਚਲ ਜਾਣ। ਕਿਹੜੇ ਦਰਿੰਦੇ ਨੇ? ਜਿਹੜੇ ਆਪਣੇ ਇਹਦੇ ਦਹੇਜ ਦੇ ਭੁੱਖੇ ਦਰਿੰਦੇ ਨੇ, ਉਹਨਾਂ ਦੇ ਹੱਥ। ਤਾਂ ਉਹ ਚੀਜ਼ ਨੂੰ ਦੇਖ ਕੇ ਉਸ ਮਾਂ-ਬਾਪ ਦੇ ਉੱਤੇ ਬਹੁਤ ਹੀ ਜ਼ਿਆਦਾ ਇੱਕ ਕਹਿੰਦੇ ਆ ਨਾ ਕਿ ਉਹਨਾਂ ਨੂੰ ਇੱਕ ਬਹੁਤ ਦੁੱਖ ਹੁੰਦਾ ਕਿ ਅਸੀਂ ਆਪਣੀ ਬੇਟੀ ਨੂੰ ਇੱਕ ਰਾਜੇ ਪੁੱਤਰ ਦੀ ਤਰ੍ਹਾਂ ਸੰਭਾਲ ਕੇ ਰੱਖਿਆ ਤੇ ਅੱਜ ਸਾਡੀ ਬੇਟੀ ਇਸ ਸਮਾਜ ਦੇ ਸਭ ਤੋਂ ਜਿਹੜੇ ਕਰੂਅਲ ਦਰਿੰਦੇ ਨੇ ਉਹਨਾਂ ਦੇ ਹੱਥ ਚਲੀ ਗਈ ਹੈ। ਤੇ ਇਸ ਚੀਜ਼ ਨੂੰ ਦੇਖ ਕੇ ਅਸੀਂ ਕਹਿੰਦੇ ਆ ਨਾ ਕਿ ਯਾਰ ਬੇਟੀਆਂ ਤੋਂ ਕਈ ਲੋਕ ਕਹਿੰਦੇ ਕਿ ਨਹੀਂ ਜੀ ਬੇਟੀ ਮਤਲਬ ਬੇਟੀ ਦਾ ਹੋਣਾ ਕਈ ਲੋਕ ਖੁਸ਼ ਨਹੀਂ ਹੁੰਦੇ। ਇਹੀ ਮੇਨ ਰੀਜ਼ਨ ਹੈ ਕਿ ਬੇਟੀ ਦੇ ਪੈਦਾ ਹੋਣ 'ਤੇ ਕਈ ਲੋਕ ਖੁਸ਼ ਇਸੇ ਲਈ ਨਹੀਂ ਹੁੰਦੇ ਕਿ ਉਹ ਕਹਿੰਦੇ ਕਿ ਅਸੀਂ ਵਿਆਹ ਤੋਂ ਪਹਿਲਾਂ ਤਾਂ ਆਪਣੀ ਬੇਟੀ ਨੂੰ ਸਾਰੀ ਇੱਛਾ ਪੂਰੀ ਕਰਾਂਗੇ, ਸਾਰੇ ਉਹਦੇ ਦੁੱਖ ਦਰਦ 'ਚ ਸਾਥ ਦੇਵਾਂਗੇ, ਪਰ ਜਦ ਸਾਡੀ ਬੇਟੀ ਸਾਡੇ ਤੋਂ ਦੂਰ ਜਾਏਗੀ ਤਾਂ ਸਾਨੂੰ ਇਹ ਨਹੀਂ ਪਤਾ ਜਿਨ੍ਹਾਂ ਕੋਲ ਉਹ ਜਾਏਗੀ, ਜਿਨ੍ਹਾਂ ਨੂੰ ਅਸੀਂ ਆਪਣੀ ਬੇਟੀ ਦਾ ਕੰਨਿਆਦਾਨ ਕਰਨਗੇ, ਕਿਆ ਉਹ ਵੀ ਉਸ ਨੂੰ ਆਪਣੀ ਬੇਟੀ ਮੰਨਣਗੇ ਕਿ ਨਹੀਂ। ਅਤੇ ਸਰ ਇਹ ਜਿਹੜਾ ਮੇਨ ਕੰਸਰਨ ਹੈ ਸਾਡੀ ਸੁਸਾਇਟੀ ਦਾ, ਬੇਟੀ ਨੂੰ ਸਿਰਫ ਉਹਦੇ ਜਿਹੜੇ ਮਾਂ-ਬਾਪ ਹੈ, ਜਿਹੜੇ ਆਪਣੇ ਰਿਸ਼ਤੇ ਹੈ, ਬਲੱਡ ਰਿਲੇਸ਼ਨ, ਉਹ ਹੀ ਅੱਜ ਦੇ ਸਮਾਜ 'ਚ ਮੈਨੂੰ ਲੱਗਦਾ ਇੱਕ ਬੇਟੀ ਨੂੰ ਪ੍ਰੋਟੈਕਟ ਕਰ ਸਕਦੇ ਨੇ। ਅਤੇ ਵਿਆਹ ਤੋਂ ਬਾਅਦ ਇਹ ਮੈਨੂੰ ਲੱਗਦਾ ਕਿ ਜੋ ਈਵਨ ਉਹਦਾ ਦਾ ਹਸਬੈਂਡ ਵੀ ਹੈ, ਉਹ ਵੀ ਇੰਨੀ ਸਪੋਰਟ ਨਹੀਂ ਦੇ ਸਕਦਾ ਆਪਣੀ ਵਾਈਫ ਲਈ, ਇੰਨਾ ਸਟੈਂਡ ਨਹੀਂ ਦੇ ਸਕਦਾ ਜਿੰਨਾ ਕਿ ਇੱਕ ਫਾਦਰ ਔਰ ਮਦਰ ਦੇ ਸਕਦੇ ਨੇ ਆਪਣੀ ਬੇਟੀ ਲਈ ਸਟੈਂਡ। ਇੱਕ ਚੀਜ਼ ਹੋਰ ਹੈ, ਜਦੋਂ ਬੇਟੀ ਆਉਂਦੀ ਹੈ ਪਰਿਵਾਰ ਦੇ ਵਿੱਚ, ਉਹਨੂੰ ਕਈ ਜਿਹੜੇ ਹੈ ਬੇਟੀਆਂ ਵਾਲੇ ਰਿਸ਼ਤੇ ਵੀ ਮਿਲਦੇ ਹੈ, ਵੱਡੀ ਉਮਰ ਦੇ ਵੀ ਛੋਟੀ ਉਮਰ ਦੇ, ਜਿਹਦੇ ਵਿੱਚ ਨਾਨੀ ਦਾਦੀ ਚਾਚੀ ਚਾਚਾ ਤਾਈ ਤਾਇਆ ਸਾਰੇ ਰਿਸ਼ਤੇ ਮਿਲਦੇ ਆ ਉਹਨੂੰ। ਲੇਕਿਨ ਜਦੋਂ ਰੱਖੜੀ ਦਾ ਤਿਉਹਾਰ ਆਉਂਦਾ ਹੈ ਤੇ ਉਦੋਂ ਜ਼ਰੂਰਤ ਬੇਟੀ ਹੀ ਪੂਰੀ ਕਰਦੀ ਹੈ, ਕੋਈ ਹੋਰ ਨਹੀਂ ਪੂਰੀ ਕਰ ਸਕਦਾ। ਇਹਦੇ ਬਾਰੇ ਕੁਝ ਕਹੋਗੇ? ਸਰ ਕਹਿੰਦੇ ਆ ਕਿ ਜਿਹੜੀ ਇੱਕ ਫੀਮੇਲ, ਇੱਕ ਬੇਟੀ ਇਹੀ ਜਿਹੀ ਹੈ ਜਿਹਦੇ ਬਿਨਾਂ ਸਾਡਾ ਸਮਾਜ ਅਧੂਰਾ ਹੈ। ਇਹ ਸਾਡੀ ਧਰਤੀ ਮਾਤਾ ਹੈ, ਇਹਨੂੰ ਅਸੀਂ ਮਾਤਾ ਮੰਨਦੇ, ਜਿਹੜੀ ਸਾਨੂੰ ਅੰਨ ਦਿੰਦੀ ਹੈ, ਸਭ ਕੁਝ ਸਾਨੂੰ ਪ੍ਰਕਿਰਤੀ ਦਿੰਦੀ ਹੈ, ਇਹਨੂੰ ਵੀ ਅਸੀਂ ਮਾਤਾ ਮੰਨਦੇ। ਸਾਡੀ ਭਾਰਤ ਮਾਤਾ ਜਿਹਦੇ ਲਈ ਅਸੀਂ ਜਾਨ ਵੀ ਵਾਰ ਦਿੰਦੇ ਨੇ। ਅਤੇ ਕਹਿੰਦੇ ਆ ਕਿ ਇੱਕ ਫੀਮੇਲ ਤੋਂ ਬਿਨਾਂ ਹਰ ਰਿਲੇਸ਼ਨ ਅਧੂਰਾ ਹੈ ਸਰ। ਬ੍ਰਦਰ ਸਿਸਟਰ ਦਾ ਰਿਲੇਸ਼ਨ ਅਧੂਰਾ ਹੈ, ਹਸਬੈਂਡ ਵਾਈਫ ਦਾ ਰਿਲੇਸ਼ਨ ਅਧੂਰਾ ਹੈ, ਜਾਂ ਕਹਿ ਲਓ ਤੁਸੀਂ ਇੱਕ ਜ਼ਿੰਦਗੀ ਵੀ ਦੇਣੀ ਹੈ ਤਾਂ ਉਹ ਫੀਮੇਲ ਨੇ ਹੀ ਦੇਣੀ ਹੈ। ਅਗਰ ਘਰ ਵਿੱਚ ਕਹਿ ਲਓ ਕਿ ਸਿਰਫ 2 ਮੁੰਡੇ ਹੈ, ਉਹ ਇੰਜੋਇਮੈਂਟ ਕੋਈ ਫੈਸਟੀਵਲ ਦਾ ਨਹੀਂ ਹੋਏਗਾ, ਕਿਉਂਕਿ ਇੱਕ ਬੇਟੀ ਹੈ ਉਹ ਕੀ ਕਰਦੀ ਹੈ, ਅਗਰ ਕੋਈ ਫੈਸਟੀਵਲ ਵੀ ਆਉਣਾ ਹੁੰਦਾ, ਕੋਈ ਫੰਕਸ਼ਨ ਆਉਣਾ ਹੁੰਦਾ, ਮੁੰਡਿਆਂ ਤੋਂ ਜ਼ਿਆਦਾ ਪ੍ਰੈਪਰੇਸ਼ਨ ਤਿਆਰੀਆਂ ਘਰ ਵਿੱਚ ਸਿਰਫ ਕੁੜੀਆਂ ਹੀ ਕਰਦੀ ਹੈ। ਕੁੜੀਆਂ ਦੇਖਦੀ ਹੈ ਕਿ ਇਹ ਚੀਜ਼ ਸਾਡੇ ਫੰਕਸ਼ਨ 'ਚ ਰਹਿ ਗਈ ਜਾਂ ਇਹ ਤਿਉਹਾਰ 'ਚ ਰਹਿ ਗਿਆ, ਉਹ ਅੱਗੇ ਵੱਧ ਕੇ ਸਾਰਾ ਕੰਮ ਕਰਾਉਂਦੀ। ਚਾਹੇ ਉਹਨੂੰ ਇੱਕ ਮੁੰਡਾ ਕੁੜੀ ਦਾ ਕੰਮ ਨਹੀਂ ਕਰ ਸਕਦਾ ਸਰ, ਪਰ ਇੱਕ ਬੇਟੀ, ਇੱਕ ਕੁੜੀ, ਇੱਕ ਫੀਮੇਲ ਹੈ ਜੋ ਇੱਕ ਮੁੰਡੇ ਵਾਲਾ ਪਾਰਟ ਵੀ ਪੂਰਾ ਕਰਦੇ ਜੀ। ਅਤੇ ਮੈਨੂੰ ਲੱਗਦਾ ਹੈ ਕਿ ਜੋ ਬੇਟੀ ਹੈ ਉਹ ਉਸਦੇ ਬਿਨਾਂ ਮਤਲਬ ਕੋਈ ਚੀਜ਼ ਪੂਰੀ ਨਹੀਂ ਹੋ ਸਕਦੀ। ਬੇਟੀ ਜਿਹੜੀ ਹੈ ਉਹ ਕਈ ਚੀਜ਼ਾਂ ਦੇਖਦੀ ਹੈ, ਕਈ ਪਕਵਾਨ ਤਿਆਰ ਕਰਦੀ ਹੈ, ਤੇ ਜੇ ਇਹ ਕਿਹਾ ਜਾਏ ਇਨ ਸ਼ਾਰਟ 5 ਸਟਾਰ ਸ਼ੈਫ ਹੈ, ਇਹ ਕਿੱਥੋਂ ਤੱਕ ਸੱਚ ਹੈ? ਸਰ ਇਹ ਤਾਂ ਮਤਲਬ 100% ਸੱਚ ਹੈ ਕਿ ਇੱਕ ਬੇਟੀ ਹੈ, ਕਿਉਂਕਿ ਦੇਖੋ ਸਰ ਬੇਟੀ ਨੇ ਬਚਪਨ ਤੋਂ ਹੀ ਉਹਨੇ ਮਤਲਬ ਕਿਚਨ 'ਚ ਉਹਨੇ ਜਾਣਾ ਹੀ ਜਾਣਾ ਹੁੰਦਾ ਹੈ। ਫਿਰ ਉਹ ਆਪਣੀ ਮਦਰ ਨੂੰ ਦੇਖਦੀ ਹੈ, ਉਹਨੂੰ ਕਿਉਰਿਓਸਿਟੀ ਹੁੰਦੀ ਕਿ ਮੇਰੀ ਮਦਰ ਕਿਆ ਬਣਾ ਰਹੀ ਹੈ। ਫਿਰ ਇੱਕ ਬੇਟੀ ਨੂੰ ਹੁੰਦਾ ਕਿ ਉਹਨੂੰ ਇੱਕ ਹੁੰਦਾ ਕਿ ਚਲੋ ਅੱਜ ਮੈਂ ਬਣਾ ਕੇ ਦੇਖਦੀ ਹਾਂ, ਆਪਣੇ ਪੈਰੈਂਟਸ ਨੂੰ ਖੁਸ਼ ਕਰਾਂਗੀ ਬਣਾ ਕੇ, ਕਿਉਂਕਿ ਹਰ ਇੱਕ ਨੂੰ ਹੁੰਦਾ ਕਿ ਅਸੀਂ ਅੱਜ ਕੁਝ ਅੱਛਾ ਬਣਾਈਏ ਤਾਂ ਕਿ ਸਾਡੇ ਪੈਰੈਂਟਸ ਨੂੰ ਵੀ ਮਤਲਬ ਦਿਖਾਈਏ ਕਿ ਦੇਖੋ ਜੀ ਅੱਜ ਅਸੀਂ ਇਹ ਬਣਾਇਆ ਹੈ। ਤਾਂ ਬੇਟੀ ਦਾ ਇਹ ਹੈ ਕਿ ਮਤਲਬ ਉਹਦਾ ਇਹ ਹੈ ਕਿ ਉਹ ਮਤਲਬ ਜੋ ਵੀ ਉਹ ਬਣਾਏਗੀ ਦਿਲ ਨਾਲ ਬਣਾਏਗੀ ਉਹ ਚੀਜ਼, ਕਿਉਂਕਿ ਇੱਕ ਅਸੀਂ ਬਣਾਉਣਾ ਹੁੰਦਾ ਹੈ ਤੇ ਇੱਕ ਦਿਲ ਨਾਲ, ਇਮੋਸ਼ਨਸ ਨਾਲ, ਪਿਆਰ ਨਾਲ, ਜੋ ਚੀਜ਼ ਪਿਆਰ ਨਾਲ ਬਣਦੀ ਹੈ ਸਰ ਉਹ ਆਟੋਮੈਟਿਕਲੀ ਖਾਣੇ ਵਿੱਚ ਵੀ ਉਹੀ ਚੀਜ਼ ਜਾਂਦੀ ਹੈ। ਤੇ ਉਹ ਪਿਆਰ ਜਿਹੜਾ ਵੰਡਦਾ ਉਹ ਖਾਣੇ ਦੇ ਥਰੂ ਵੀ ਵੰਡਿਆ ਜਾਂਦਾ ਹੈ।
ਤੇ ਉਹ ਚੀਜ਼ ਹੈ ਕਿ ਬੇਟੀ 100% ਹਰ ਚੀਜ਼ ਨੂੰ ਦਿੰਦੀ ਹੈ, ਚਾਹੇ ਉਹ ਕੁਝ ਵੀ ਹੋ, ਚਾਹੇ ਕੋਈ ਵੀ ਅਗਰ ਉਹਨੂੰ ਕੋਈ ਕੰਮ ਵੀ ਬੋਲਿਆ ਹੋਏ ਤਾਂ ਉਹ 100% ਨਾਲ ਉਹ ਚੀਜ਼ ਕਰੇਗੀ। ਬੇਟੇ ਕੁਝ ਤੁਸੀਂ ਵੀ ਕਹੋ। ਜਿਵੇਂ ਕਿ ਮੈਡਮ ਨੇ ਦੱਸਿਆ ਹੀ ਹੈ ਕਿ ਬੇਟੀਆਂ ਨੂੰ ਸੁਸਾਇਟੀ ਦੀ ਨੀਂਹ ਮੰਨਿਆ ਜਾਂਦਾ ਹੈ, ਉਹਨਾਂ ਨੂੰ ਕੰਜਕ ਦੇ ਰੂਪ ਦੇ ਵਿੱਚ ਵੀ ਪੂਜਿਆ ਜਾਂਦਾ ਹੈ ਤੇ ਬਹੁਤ ਹੀ ਜ਼ਿਆਦਾ ਜਦੋਂ ਉਹ ਪੈਦਾ ਹੁੰਦੀਆਂ ਨੇ ਉਹਨਾਂ ਦੇ ਮਾਂ-ਬਾਪ ਲਾਡਾਂ ਚਾਵਾਂ ਦੇ ਨਾਲ ਉਹਨਾਂ ਨੂੰ ਬੜਾ ਕਰਦੇ ਨੇ, ਪਿਆਰ ਦੇ ਨਾਲ ਪਾਲਦੇ ਨੇ, ਹਰ ਚੀਜ਼ ਉਹਨਾਂ ਦੇ ਲਈ ਅਵੇਲੇਬਲ ਕਰਾਉਂਦੇ ਨੇ, ਆਪਣਾ ਆਪ ਵਾਰ ਕੇ ਉਹਨਾਂ ਨੂੰ ਬੜਾ ਕਰਦੇ ਨੇ, ਪੜ੍ਹਾਉਂਦੇ ਲਿਖਾਉਂਦੇ ਨੇ। ਤੇ ਸਭ ਤੋਂ ਵੱਡੀ ਟੈਨਸ਼ਨ ਉਦੋਂ ਹੋ ਜਾਂਦੀ ਹੈ ਜਦੋਂ ਕੁੜੀ ਦੇ ਹੱਥ ਪੀਲੇ ਕਰਨੇ ਹੁੰਦੇ ਨੇ। ਤੇ ਮੈਨੂੰ ਇਦਾਂ ਲੱਗਦਾ ਹੈ ਕਿ ਇਹ ਵੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ। ਇਨ ਕੇਸ ਅਗਰ ਉਸ ਨੂੰ ਇਨ-ਲॉज ਅੱਛੇ ਨਹੀਂ ਵੀ ਮਿਲਦੇ ਤਾਂ ਸਾਨੂੰ ਆਪਣੀ ਕੁੜੀਆਂ ਨੂੰ ਇੰਨਾ ਕੁ ਐਜੂਕੇਟ ਕਰਨਾ ਚਾਹੀਦਾ ਹੈ, ਇੰਨਾ ਕੁ ਇੰਡੀਪੈਂਡੈਂਟ ਫਾਈਨੈਂਸ਼ੀਅਲੀ ਬਣਾਉਣਾ ਚਾਹੀਦਾ ਹੈ ਕਿ ਅਗਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਕੋਈ ਕ੍ਰਾਈਸਿਸ ਇਸ ਤਰ੍ਹਾਂ ਦਾ ਆਂਦਾ ਵੀ ਹੈ ਤਾਂ ਉਸ ਨੂੰ ਜ਼ਿਆਦਾ ਸਫ਼ਰ ਨਾ ਕਰਨਾ ਪਵੇ। ਇੱਕ ਚੀਜ਼ ਹੋਰ ਛੋਟੀ ਜਿਹੀ, ਧੀ ਦਾ ਦਰਜਾ ਜਿਹੜਾ ਹੈ ਦੁਰਗਾ ਮਾਂ ਦਾ ਵੀ ਮੰਨਿਆ ਗਿਆ, ਸਰਸਵਤੀ ਦਾ ਮਾਂ ਦਾ ਵੀ ਮੰਨਿਆ ਗਿਆ ਤੇ ਲਕਸ਼ਮੀ ਮਾਂ ਦਾ ਵੀ ਮੰਨਿਆ ਗਿਆ। ਜੇ ਅਸੀਂ ਮੰਦਿਰ ਵਿੱਚ ਜਾ ਕੇ ਇਹਨਾਂ ਮਾਵਾਂ ਦੀ ਪੂਜਾ ਕਰਦੇ ਹਾਂ ਤੇ ਜਿਹੜੀਆਂ ਧੀਆਂ ਆਪਣੇ ਘਰ ਆਈਆਂ ਉਸ ਨੂੰ ਅਸੀਂ ਇਹਦਾ ਰੂਪ ਕਿਉਂ ਨਹੀਂ ਮੰਨਦੇ? ਸਰ ਸਾਡੇ ਸੰਸਕ੍ਰਿਤੀ ਵਿੱਚ ਲਿਖਿਆ, ਸਾਡੇ ਗ੍ਰੰਥਾਂ 'ਚ ਲਿਖਿਆ, ਇੱਕ ਕਹਿੰਦੇ ਨਾ ਨੂੰਹ ਲਕਸ਼ਮੀ ਦਾ ਰੂਪ ਹੁੰਦੀ ਹੈ। ਜੇ ਅਸੀਂ ਆਪਣੀ ਨੂੰਹ ਨੂੰ ਖੁਸ਼ ਰੱਖਾਂਗੇ ਆਟੋਮੈਟਿਕਲੀ ਕਹਿੰਦੇ ਨਾ ਜਿਸ ਘਰ ਵਿੱਚ ਇੱਕ ਕੁੜੀ ਦੀ ਇੱਜ਼ਤ ਹੁੰਦੀ ਉੱਥੇ ਦੇਵਤਾ ਵਾਸ ਕਰਦੇ ਨੇ। ਜੇ ਅਸੀਂ ਕਹਿੰਦੇ ਨਾ ਮੂਰਤੀਆਂ ਨੂੰ ਪੂਜਣ ਦੀ ਬਜਾਏ ਹਰ ਇੱਕ ਔਰਤ ਵਿੱਚ ਇੱਕ ਦੁਰਗਾ ਹੁੰਦੀ ਹੈ, ਹਰ ਇੱਕ ਔਰਤ ਵਿੱਚ ਲਕਸ਼ਮੀ ਹੁੰਦੀ ਹੈ। ਅਗਰ ਅਸੀਂ ਆਪਣੀ ਘਰ ਦੀ ਬੇਟੀ, ਬਹੂ, ਮਦਰ, ਚਾਹੇ ਕੋਈ ਵੀ ਫੀਮੇਲ ਹੋ, ਉਹਨਾਂ ਦੀ ਰਿਸਪੈਕਟ ਕਰਾਂਗੇ ਆਟੋਮੈਟਿਕਲੀ ਰੱਬ ਸਾਡੇ ਤੋਂ ਖੁਸ਼ ਰਹੇਗਾ। ਇਹ ਸਾਡੇ ਹਰ ਗ੍ਰੰਥ ਵਿੱਚ ਲਿਖਿਆ ਹੈ ਸਰ। ਜਦੋਂ ਪ੍ਰਭੂ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਹੈ ਉਹ ਦੁਰਗਾ ਮਈਆ ਦੇ ਅੱਗੇ ਮੱਥਾ ਟੇਕਦੇ ਨੇ, ਉਹਨਾਂ ਨੇ ਮਾਤਾ ਦੀ ਰਿਸਪੈਕਟ ਕੀਤੀ, ਭੋਲੇਨਾਥ ਜੀ ਨੇ ਪਾਰਵਤੀ ਮਈਆ ਦੀ ਰਿਸਪੈਕਟ ਕੀਤੀ ਹੈ। ਤਾਂ ਅਸੀਂ ਤਾਂ ਫਿਰ ਵੀ ਇੱਕ ਇਨਸਾਨ ਹੈ ਸਰ। ਜਦੋਂ ਪਰਮਾਤਮਾ ਕਹਿੰਦਾ ਕਿ ਮੇਰੇ ਤੋਂ ਵੱਡੀ ਸ਼ਕਤੀ ਹੈ ਨਾਰੀ ਸ਼ਕਤੀ, ਦੁਰਗਾ ਸ਼ਕਤੀ, ਤੇ ਫਿਰ ਜਦੋਂ ਰੱਬ ਉਹਨੂੰ ਪੂਜਦਾ ਹੈ ਇੱਕ ਦੁਰਗਾ ਨੂੰ ਤਾਂ ਅਸੀਂ ਕਿਉਂ ਨਹੀਂ ਪੂਜਦੇ? ਅਸੀਂ ਕਿਉਂ ਨਵਰਾਤਰਿਆਂ 'ਚ ਜਾ ਕੇ ਮਾਤਾ ਦੇ 9 ਦਿਨ ਸਿਰਫ ਪੂਜਦੇ ਹਾਂ? ਅਸੀਂ ਕਿਉਂ ਸਿਰਫ ਜਿਸ ਦਿਨ ਸਾਡੇ 15 ਅਗਸਤ ਹੁੰਦਾ, 26 ਅਗਸਤ, ਉਸੇ ਦਿਨ ਭਾਰਤ ਮਾਤਾ ਦੀ ਜੈ ਕਰਦੇ ਨੇ? ਕਿਉਂ? ਜਦੋਂ ਸਾਡੀ ਇੱਕ ਔਰਤ ਹੈ ਜਿਹਨੂੰ ਰੱਬ ਨੇ ਵੀ ਇੱਕ ਉੱਚਾ ਦਰਜਾ ਦਿੱਤਾ ਹੋਇਆ ਹੈ, ਮੈਨੂੰ ਲੱਗਦਾ ਕਿ ਉਸ ਔਰਤ ਨੂੰ ਅਗਰ ਸਾਡਾ ਸਾਰਾ ਸਮਾਜ ਇੱਕ ਰਿਸਪੈਕਟ ਵੇ ਨਾਲ ਦੇਖਣ ਲੱਗ ਜਾਏ ਨਾ ਤਾਂ ਮੈਨੂੰ ਲੱਗਦਾ ਕਿ ਰੱਬ ਉੱਥੇ ਹੀ ਦੇਵਤਾ ਵਾਸ ਕਰਨਗੇ ਔਰ ਉੱਥੇ ਹੀ ਰੱਬ ਆ ਕੇ ਤੁਹਾਨੂੰ ਖੁਦ ਨੂੰ ਬਲੈਸਿੰਗਸ ਦੇਗਾ। ਦੇਖੋ ਇੱਕ ਗੱਲ ਬੜੀ ਸਪਸ਼ਟ ਤੌਰ ਤੇ ਸਾਹਮਣੇ ਨਜ਼ਰ ਆਈ ਹੈ ਕਿ ਜੇ ਭਾਰਤ ਦੀ ਸੰਸਕ੍ਰਿਤੀ ਸਾਰੀ ਦੁਨੀਆ ਨੂੰ ਇੱਕ ਚੰਗੇ ਰਸਤੇ ਤੋਰ ਸਕਦੀ ਹੈ ਤੇ ਫਿਰ ਅਸੀਂ ਆਪਣੀਆਂ ਧੀਆਂ ਦਾ ਤਿਰਸਕਾਰ ਕਿਉਂ ਕਰੀਏ? ਇਹਦੇ ਉੱਤੇ ਅਸੀਂ ਦੁਨੀਆ ਲਈ ਇੱਕ ਚੰਗੇ ਨਕਸ਼ੇ ਕਦਮ ਕਿਉਂ ਨਾ ਖਿੱਚੀਏ? ਅਸੀਂ ਕਿਉਂ ਯੂਰਪ ਵੱਲ ਤੁਰ ਪਏ ਹਾਂ ਆਪਣੇ ਆਪ ਨੂੰ ਛੱਡ ਕੇ? ਇਸ ਗੱਲ ਦਾ ਧਿਆਨ ਰੱਖੀਏ। ਤੇ ਜੇ ਅੱਜ ਅਸੀਂ ਦੇਖੀਏ ਯੂਰਪ ਦੇ ਵਿੱਚ ਰਿਸ਼ਤਿਆਂ ਦੀ ਪਹਿਚਾਣ ਕਿਵੇਂ ਬਣ ਰਹੀ ਹੈ, ਟੁੱਟ ਰਹੀ ਹੈ, ਉਹ ਸਾਡੇ ਭਾਰਤੀ ਕਲਚਰ ਸੰਸਕ੍ਰਿਤੀ ਦਾ ਹਿੱਸਾ ਨਹੀਂ ਹੈ। ਇਹ ਧੀਆਂ ਨੇ ਲਾ ਦਿੱਤਾ, ਸੁਣਿਆ ਤੁਹਾਨੂੰ ਤੇ ਅੱਗੋਂ ਦਿੱਤਾ ਸਮਝਾ। ਗੱਲਾਂ ਤੁਹਾਡੇ ਹੱਥ 'ਚ, ਬਾਤਾਂ ਵੀ ਤੁਹਾਡੇ ਹੱਥ 'ਚ, ਕਰਨਾ ਨਾ ਕਰਨਾ ਤੁਹਾਡੇ ਹੱਥ 'ਚ, ਸਵਰਗ ਨਰਕ ਬਣਾਉਣਾ ਨਾ ਬਣਾਉਣਾ ਤੁਹਾਡੇ ਹੱਥ 'ਚ। ਤੇ ਅੱਜ ਆਪਾਂ ਇਸ ਗੱਲ 'ਤੇ ਇੰਨੀ ਗੱਲ ਕਰਦੇ ਹਾਂ ਤੇ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਧੀਆਂ ਦੇ ਹਿੱਤ ਵਿੱਚ ਇਹ ਵੀਡੀਓ ਪਾ ਦਿੱਤੀ ਹੈ ਤੇ ਦੇਵੀਆਂ ਦਾ ਮਾਨ ਸਨਮਾਨ ਕਰ ਦੇਣਾ ਤੇ ਇਸ ਵੀਡੀਓ ਨੂੰ ਹਰ ਘਰ ਦੇ ਵਿੱਚ ਪਹੁੰਚਾ ਦੇਣਾ, ਲਾਈਕ ਵੀ ਕਰ ਦੇਣਾ। ਕੰਜੂਸੀ ਨਾ ਕਰਨਾ ਲਾਈਕ ਕਰਨ ਤੋਂ, ਇੰਨੀ ਕੁ ਬੇਨਤੀ ਹੈ ਤੇ ਆਗਿਆ ਲੈਂਦੇ ਹਾਂ ਧੀਆਂ ਤੋਂ। ਸਤਿ ਸ਼੍ਰੀ ਅਕਾਲ।